ਭਾਰਤ ਵਿੱਚ 51% ਪਿੰਡਾਂ ਅਤੇ 94% ਕਿਸਾਨ ਕਿਸੇ ਨਾ ਕਿਸੇ ਰੂਪ ਵਿੱਚ ਸਹਿਕਾਰੀ ਲਹਿਰ ਨਾਲ ਜੁੜੇ ਹੋਏ ਹਨ। ਦੇਸ਼ ਦੇ ਕੀਰਤੀਵਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਸਹਿਯੋਗ ਰਾਹੀਂ ਖੁਸ਼ਹਾਲੀ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਜ਼ਰੂਰੀ ਹੈ ਕਿ ਸਹਿਕਾਰਿਤਾ ਦੇ ਖੇਤਰ ਵਿੱਚ ਵਿੱਤ ਦਾ ਪ੍ਰਵਾਹ ਨਿਰੰਤਰ ਜਾਰੀ ਰਹੇ। सहकारी बैंकों को भी मजबूती दी, सहकारी बैंकों को नई ब्रांच खोलनी हो, लोगों के घर पहुंचकर बैंकिंग सेवा देनी हो, इसके लिए नियमों को आसान बनाया। ਮਾਣਯੋਗ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਦੀ ਅਗਵਾਈ ਹੇਠ ਮੰਤਰਾਲਾ ਲਗਾਤਾਰ ਸੰਪਰਕ ਵਿੱਚ ਹੈ ਅਤੇ ਸਹਿਕਾਰੀ ਖੇਤਰ ਦੇ ਸਾਰੇ ਹਿੱਸੇਦਾਰਾਂ ਨਾਲ ਕੰਮ ਕਰ ਰਿਹਾ ਹੈ। अगर समाज के अंतिम व्यक्ति तक अर्थतंत्र को पहुंचाना है, हमारे अर्थतंत्र के विकास के साथ साथ उसका भी विकास करना है, तो सहकारिता के अलावे, सहकारिता क्षेत्र के अलावे ये कोई नहीं कर सकता। ਸੁਤੰਤਰਤਾ ਦੇ ਅੰਮ੍ਰਿਤ ਕਾਲ ਵਿੱਚ ਸਹਿਕਾਰੀ ਵਿੱਤੀ ਸੰਸਥਾਵਾਂ ਦੁਆਰਾ ਕਰਜ਼ੇ ਦੇ ਪ੍ਰਵਾਹ ਨੂੰ ਵਧਾਉਣ ਅਤੇ ਸਹਿਯੋਗ ਰਾਹੀਂ ਖੁਸ਼ਹਾਲੀ ਲਿਆਉਣ ਲਈ ਇਹ ਜ਼ਰੂਰੀ ਹੈ ਕਿ ਕੁੱਲ ਕਰਜ਼ੇ ਦੇ ਪ੍ਰਵਾਹ ਵਿੱਚ ਸਹਿਕਾਰੀ ਖੇਤਰ ਦੀ ਹਿੱਸੇਦਾਰੀ ਮੌਜੂਦਾ ਸਮੇਂ ਵਿੱਚ ਲਗਭਗ 13% ਤੋਂ ਵੱਧ ਕੇ ਸਾਲ 2047 ਤੱਕ 40% ਤੱਕ ਪਹੁੰਚ ਜਾਵੇ। ਸਹਿਕਾਰੀ ਖੇਤਰ ਵਿੱਚ ਵਿੱਤ ਦੇ ਪ੍ਰਵਾਹ ਵਿੱਚ ਪੇਂਡੂ ਸਹਿਕਾਰੀ ਬੈਂਕਾਂ ਦਾ 3 ਪੱਧਰੀ ਢਾਂਚਾ ਹੈ, ਜਿਸ ਵਿੱਚ 34 ਰਾਜ ਸਹਿਕਾਰੀ ਬੈਂਕ 2099 ਸ਼ਾਖਾਵਾਂ ਰਾਹੀਂ ਸਿਖਰਲੇ ਪੱਧਰ ਤੇ ਹਨ। 351 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ DCCB 13,670 ਸ਼ਾਖਾਵਾਂ ਰਾਹੀਂ ਜ਼ਿਲ੍ਹਾ ਪੱਧਰੀ ਅਤੇ ਲਗਭਗ 1 ਲੱਖ ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੁਸਾਇਟੀਆਂ ਯਾਨੀ ਪੈਕਸ ਜ਼ਮੀਨੀ ਪੱਧਰ ਤੇ ਕੰਮ ਕਰਦੀਆਂ ਹਨ। ਪੇਂਡੂ ਕ੍ਰੈਡਿਟ ਡਿਲੀਵਰੀ ਸਿਸਟਮ ਪੇਂਡੂ ਸਹਿਕਾਰੀ ਬੈਂਕਾਂ ਉੱਤੇ ਨਿਰਭਰ ਕਰਦਾ ਹੈ, ਕਿਉਂਕਿ ਉਨ੍ਹਾਂ ਕੋਲ ਵਿਆਪਕ ਨੈਟਵਰਕ ਅਤੇ ਵਪਾਰਕ ਸਮਰੱਥਾ ਹੈ। ਵਰਣਨਯੋਗ ਹੈ ਕਿ ਦੇਸ਼ ਵਿੱਚ 14.5 ਕਰੋੜ ਤੋਂ ਵੱਧ ਖਾਤਿਆਂ ਨਾਲ ਜ਼ਿਆਦਾਤਰ ਕਿਸਾਨ ਮੈਂਬਰ ਇਨ੍ਹਾਂ ਨਾਲ ਜੁੜੇ ਹੋਏ ਹਨ। ਭਾਰਤ ਸਰਕਾਰ ਨੇ ਇਨ੍ਹਾਂ ਪੇਂਡੂ ਸਹਿਕਾਰੀ ਬੈਂਕਾਂ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ ਹਨ। CGTMCE ਦੀ ਕ੍ਰੈਡਿਟ ਗਾਰੰਟੀ ਫੰਡ ਯੋਜਨਾ ਵਿੱਚ ਹੁਣ ਪੇਂਡੂ ਸਹਿਕਾਰੀ ਬੈਂਕਾਂ ਨੂੰ ਮੈਂਬਰ ਉਦਾਰ ਸੰਸਥਾਵਾਂ ਵਜੋਂ ਸ਼ਾਮਲ ਕੀਤਾ ਗਿਆ ਹੈ, ਜਿਸ ਕਾਰਨ ਹੁਣ ਪੇਂਡੂ ਸਹਿਕਾਰੀ ਬੈਂਕਾਂ ਵੱਲੋਂ ਦਿੱਤੇ ਗਏ ਕਰਜ਼ਿਆਂ ਉੱਤੇ 85% ਤੱਕ ਜੋਖਮ ਕਵਰੇਜ ਦਾ ਲਾਭ ਉਠਾਇਆ ਜਾ ਸਕੇਗਾ। ਇਸ ਦੇ ਨਾਲ ਹੀ ਸਹਿਕਾਰੀ ਖੇਤਰ ਦੇ ਉਦਯੋਗ ਵੀ ਹੁਣ ਸਹਿਕਾਰੀ ਬੈਂਕਾਂ ਤੋਂ ਜਮਾਂਦਰੂ ਰਹਿਤ ਕਰਜ਼ੇ ਪ੍ਰਾਪਤ ਕਰ ਸਕਣਗੇ। ਪੇਂਡੂ ਸਹਿਕਾਰੀ ਬੈਂਕਾਂ ਨੂੰ ਹੁਣ ਆਧੁਨਿਕ ਆਧਾਰ ਸਮਰਥਕ ਭੁਗਤਾਨ ਪ੍ਰਣਾਲੀ ਤੇ ਆਨਬੋਰਡਿੰਗ ਰਾਹੀਂ ਸਹਿਕਾਰੀ ਖੇਤਰ ਵਿੱਚ ਡਿਜੀਟਲ ਕ੍ਰਾਂਤੀ ਲਿਆਂਦੀ ਜਾ ਰਹੀ ਹੈ। ਖੇਤਰ ਵਿੱਚ ਛੋਟੇ ਸਹਿਕਾਰੀ ਬੈਂਕਾਂ ਦੀ ਸਹੂਲਤ ਲਈ ਇਸ ਨੂੰ ਲੈਣ ਦੇਣ ਦੀ ਗਿਣਤੀ ਨਾਲ ਜੋੜ ਕੇ ਲਾਇਸੈਂਸ ਫੀਸ ਘਟਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਹਿਕਾਰੀ ਵਿੱਤੀ ਸੰਸਥਾਵਾਂ ਵੀ ਪ੍ਰੀ ਪ੍ਰੋਡਕਸ਼ਨ ਪੜਾਅ ਦੇ ਪਹਿਲੇ 3 ਮਹੀਨਿਆਂ ਲਈ ਇਹ ਸਹੂਲਤ ਮੁਫਤ ਪ੍ਰਾਪਤ ਕਰ ਸਕਣਗੀਆਂ। ਇਸ ਨਾਲ ਕਿਸਾਨ ਹੁਣ ਆਪਣੇ ਉਂਗਲਾਂ ਦੇ ਨਿਸ਼ਾਨ ਤੇ ਘਰ ਬੈਠੇ ਹੀ ਬੈਂਕਿੰਗ ਦੀ ਸਹੂਲਤਾਂ ਲੈ ਸਕਣਗੇ। ਪੇਂਡੂ ਸਹਿਕਾਰੀ ਬੈਂਕਾਂ ਦੇ ਬੋਰਡਾਂ ਨੂੰ ਵੀ ਆਪਣੇ ਕਰਜ਼ਿਆਂ ਦਾ ਯਕਮੁਸ਼ਤ ਨਿਪਟਾਰਾ ਅਤੇ ਰਾਈਟ ਆਫ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਲਈ ਹੁਣ ਉਹਨਾਂ ਨੂੰ ਦੁੱਗਣੇ ਕੰਟਰੋਲ ਦੇ ਦਬਾਅ ਤੋਂ ਛੋਟ ਹਾਸਲ ਹੋ ਸਕੇਗੀ ਅਤੇ ਹੋਰ ਵਪਾਰਕ ਬੈਂਕਾਂ ਵਾਂਗ ਹੁਣ ਵਿੱਤੀ ਤੌਰ ਤੇ ਵੀ ਉਹ ਮਜ਼ਬੂਤ ਹੋਵੇਗੀ। ਪੇਂਡੂ ਸਹਿਕਾਰੀ ਬੈਂਕ ਕਮਰਸ਼ੀਅਲ ਰੀਅਲ ਐਸਟੇਟ ਰਿਹਾਇਸ਼ੀ ਹਾਊਸਿੰਗ ਸੈਕਟਰ ਨੂੰ ਕਰਜ਼ਾ ਦੇ ਕੇ ਆਪਣੇ ਕਾਰੋਬਾਰ ਨੂੰ ਵੱਖਰੇ ਤੌਰ ਤੇ ਬਣਾਉਣ ਦੇ ਯੋਗ ਹੋਣਗੇ, ਜਿਸ ਨਾਲ ਨਾ ਸਿਰਫ ਪੇਂਡੂ ਸਹਿਕਾਰੀ ਬੈਂਕਾਂ ਸਗੋਂ ਰਿਹਾਇਸ਼ੀ ਸਹਿਕਾਰੀ ਸਭਾਵਾਂ ਨੂੰ ਵੀ ਲਾਭ ਹੋਵੇਗਾ। ਪੇਂਡੂ ਸਹਿਕਾਰੀ ਬੈਂਕਾਂ ਦੀ ਵਿਅਕਤੀਗਤ ਹਾਊਸਿੰਗ ਲੋਨ ਸੀਮਾ ਨੂੰ 2.5 ਗੁਣਾ ਵਧਾ ਦਿੱਤਾ ਗਿਆ ਹੈ। ਹੁਣ ਪੇਂਡੂ ਸਹਿਕਾਰੀ ਬੈਂਕ ਕਿਸਾਨ ਮੈਂਬਰਾਂ ਨੂੰ ਵਿਅਕਤੀਗਤ ਰਿਹਾਇਸ਼ ਲਈ 75 ਲੱਖ ਰੁਪਏ ਤੱਕ ਦਾ ਕਰਜ਼ਾ ਦੇ ਸਕਣਗੇ, ਜਿਸ ਨਾਲ ਮੈਂਬਰ ਵੀ ਖੁਸ਼ਹਾਲੀ ਵੱਲ ਵਧਣਗੇ। ਭਾਰਤ ਸਰਕਾਰ ਦੇ ਇਹ ਕਦਮ ਸੁਤੰਤਰਤਾ ਦੇ ਸੁਨਹਿਰੀ ਦੌਰ ਵਿੱਚ ਪੇਂਡੂ ਸਹਿਕਾਰੀ ਬੈਂਕਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਗੇ ਅਤੇ ਸਹਿਯੋਗ ਰਾਹੀਂ ਖੁਸ਼ਹਾਲੀ ਦੇ ਸੰਕਲਪ ਨੂੰ ਹਕੀਕਤ ਬਣਾਉਣਗੇ। ਵਧੇਰੇ ਜਾਣਕਾਰੀ ਲਈ www.cooperation.gov.in ਤੇ ਸੰਪਰਕ ਕਰੋ।